एक रिपोर्ट होया और एक मैं पिछली बारी ਉਹਦਾ थोड़ा ਜਿਹਾ ਤੁਹਾਨੂੰ ਦੱਸਿਆ ਸੀ मगर ਉਹ ਅੱਜ ਸਾਰਾ ਅਬ ਡਿਟੇਲਸ ਲੈ ਕੇ ਆਏ ਆ ਕਿ ਕਿਵੇਂ ਕੋਵਿਡ ਦੇ ਸਮੇਂ 'ਚ ਕੋ ਬੜੀ ਹੈਰਾਨਗੀ ਹੁੰਦੀ ਹੈ ਔਰ ਬੜਾ ਦੁੱਖ ਹੁੰਦਾ ਹੈ ਕਿ ਜਿਹੜੇ ਆਸ਼ਾ ਵਰਕਰਸ ਹੋ ਗਈਆਂ ਫਾਰਮਾਸਿਸਟ ਹੋ ਗਏ ਅੱਜ ਵੀ ਉਹਨਾਂ ਦੀ ਖਬਰ ਲੱਗੀ ਹੈ ਜਿਹੜੀ ਡੇਲੀ ग्राउंड वर्क कर रहे हैं साडे हेल्थ वॉरियर्स घर घर जा रहे हैं उन्हां नाल वायदा सी सरकार दा कि असीं तुहानूं पक्के करांगे उन्हां नाल वायदा सी सरकार दा कि जो उन्हां ने डिमांडां 2017 च खजाना मंत्री साहब अगे रखियां सन मुख मंत्री साहब अगे रखियां सन उन्हां नूं इह कहा गया सी जदों डॉक्टर मनमोहन सिंह जी मैनीफेस्टो रिलीज़ कीता उस मैनीफेस्टो च कि पहली कैबिनेट च ਤੁਹਾਨੂੰ ਕੱਚਿਆਂ ਤੋਂ ਪੱਕੇ ਔਰ ਤੁਹਾਡੀ ਆਸ਼ਾ ਵਰਕਰ ਦੀਆਂ ਸਾਰੀਆਂ ਡਿਮਾਂਡ ਫਾਰਮਾਸਿਸਟ ਦੀਆਂ ਸਾਰੀਆਂ ਡਿਮਾਂਡਸ ਡਾਕਟਰ ਦੀਆਂ ਕੰਟਰੈਕਚੁਅਲ ਸਾਰੀਆਂ ਡਿਮਾਂਡਸ ਇਹ ਸਾਰੀਆਂ ਮੀਟ ਹੋਣਗੀਆਂ ਇੱਕ ਪਾਸੇ ਜਿਹੜੇ ਫਰੰਟ ਲਾਈਨ ਤੇ ਸਾਡੇ ਕੋਵਿਡ ਵਾਰੀਅਰਸ ਉਹ ਜਿਹੜੇ ਇੰਟਰਨਸ ਨੇ ਡਾਕਟਰਸ ਜਿਨ੍ਹਾਂ ਦੀ ਹੁਣੇ ਪਿਛਲੇ ਸਮੇਂ ਉਹਨਾਂ ਨੂੰ ਵੀ ਮਾਰ ਮਾਰੀ ਸੀ MBBS ਦੀਆਂ ਫੀਸਾਂ ਪੰਜਾਬ 'ਚ ਸਭ ਤੋਂ ਵੱਧ ਕਰਤੀਆਂ 8 ਲੱਖ ਰੁਪਈਆ ਤੇ ਉਹਨਾਂ ਦੀ ਇੰਟਰਨਸ ਦਾ ਜਿਹੜਾ ਸਟਾਈਪੈਂਡ ਹੈ ਉਹ ਸਭ ਤੋਂ ਘੱਟ ਉਹਨਾਂ ਦੇ ਵੱਖਰੇ ਮੁੱਦੇ ਮਗਰ ਉਹਨਾਂ ਵੱਲ ਕੋਈ ਧਿਆਨ ਨਹੀਂ ਖਜ਼ਾਨੇ ਨੂੰ ਲੁੱਟਣਾ ਕਿਵੇਂ ਔਰ ਖਜ਼ਾਨੇ 'ਚੋਂ ਠੱਗੀ ਕਿਵੇਂ ਮਾਰਨੀ ਅੱਜ ਉਹਦਾ 2-3 ਉਦਾਹਰਨ ਮੈਂ ਲੈ ਕੇ ਆਇਆ ਇੱਕ ਤਾਂ ਅੱਜ ਖਬਰ ਲੱਗੀ ਹੈ ਕਿ 17 ਇਨੋਵਾ ਗੱਡੀਆਂ ਲੈ ਲੀਆਂ ਨੇ ਤੇ ਵੰਡਤੀਆਂ ਨੇ 5 ਹੋਰ ਲੈ ਲਿਆ ਜੇ ਉਹਨਾਂ ਦਾ ਸਾਰਾ ਹਿਸਾਬ ਲਵਾਓ 5.5 ਕਰੋੜ ਰੁਪਈਆ ਹੈਲਥ ਦੇ ਕਿਸੇ ਕੰਮ ਲਈ ਨਹੀਂ ਦਿੱਤਾ ਮਗਰ ਉੱਥੇ ਖਰਚ ਕਰਤਾ ਔਰ ਵੱਡੀ ਠੱਗੀ ਵੇਖੋ ਜਿਹੜਾ ਇੱਕ ਵਜ਼ੀਰ ਸਾਹਿਬ ਕਹਿੰਦੇ ਕਿ ਮੇਰੇ ਤੋਂ ਇਮਾਨਦਾਰ ਕੋਈ ਹੈ ਨਹੀਂ ਉਹਨਾਂ ਨੇ ਕਾਬਦਾ ਲਾਇਆ ਇਹਦੀ ਅਪਾਇੰਟਮੈਂਟ ਲੈਟਰ ਹੈ ਮੈਂ ਉੱਤੇ ਥੋੜੀ ਵਿਖਾਈ ਸੀ ਤੁਹਾਨੂੰ ਸਿਧਾਰਥ शंकर शर्मा प्रोफेशनल एडवाइजर हुण इन्हें प्रोफेशनल एडवाइस देनी किनू है जिन्हां बंदियां नूं इह प्रोफेशनल एडवाइस दे रहे है वो एक तो है जी अपना स्टेट कोऑपरेटिव बैंक जिहदे IAS अफसर मैनेजिंग डायरैक्टर ने और RCS साहब जिहड़े बड़े गर्ग साहब उहनूं डिपार्टमेंट टू हैंडल करते और इस तरह ACS ਜਿਹੜਾ ਚੀਫ ਸੈਕਟਰੀ ਲੈਵਲ ਦੇ ਬੰਦੇ ਆ ਐਡੀਸ਼ਨਲ ਚੀਫ ਸੈਕਟਰੀ ਉਹ ਹੈਂਡਲ ਕਰਦੇ ਆ ਫਿਰ ਮਿਲਕਫੈਡ ਇਹ ਉਹਨੂੰ ਵੀ ਐਡਵਾਈਸ ਦੇਣਗੇ ਮਿਲਕਫੈਡ ਨੂੰ ਕੌਣ ਕਰ ਰਿਹਾ ਹੈ ਕਮਲਜੀਤ ਸੰਘਾ ਜੀ ਨੇ ਸਾਰੀ ਉਮਰ ਕੋਆਪਰੇਟਿਵ ਮੂਵਮੈਂਟ 'ਚ ਕੰਮ ਕੀਤਾ ਕੋਆਪਰੇਟਿਵ ਮਹਿਕਮੇ 'ਚ ਕੰਮ ਕੀਤਾ ਔਰ IAS ਰਿਟਾਇਰ ਹੋਇਆ DC ਵੀ ਲੱਗੇ ਰਹੇ ਹੁਣ ਉਹਨਾਂ ਨੂੰ ਕੀ ਇਹਨਾਂ ਨੇ ਐਡਵਾਈਸ ਦੇਣੀ ਹੈ ਰੱਬ ਜਾਣਦਾ ਜਿਹਨੂੰ ਆਪ ਹਿਸਾਬ ਦਾ ਪਤਾ ਮਾਰਕਫੈਡ 'ਚ ਵਰਮ ਰੋਜਨ सीनियर IAS अफसर शुगरफेड च पुनीत गोयल IAS अफसर MD इस तरह एग्रीकल्चर डिवेलपमेंट बैंक च चंद्रदेव मान ये जिन्ने महकमे मैं तुहानूं गिना रहा ये ऑल आर हेडेड बाय IAS अफसर विद जिन्हां दी सारी सर्विस कोई 20 साल 25 साल 30 साल तो वध होनी घट किसी दी नहीं हुण इन्हां नूं जिहड़े माशे एक इलीगल अपॉइंटमेंट करके क्योंकि थोनू इस गल का पता है कि जिन्ने भी एडवाइजर लगते हैं ओदी अप्रूवल सिर्फ तो सिर्फ कैबिनेट करती है विदाउट कैबिनेट अप्रूवल इलीगल तौर पर खजाने नू खोरा लाउंदे होए एक बंदे नू अपॉइंट करता गया सिर्फ इसलिए किया गया कि इहदे नाल मंत्री ने रल के ठगी मारनी है होर कोई कारण नहीं और शायद पहली बारी होया हुण तुसीं आए हो ਵੱਖ-ਵੱਖ चैनलों तो ਜਿਹੜੇ चैनल नाल संबंधित हो थोड़ी पे स्लिप उसे चैनल तो आउंदी है ना आ कल्ला ही बंदा है शायद ਇਹਦਾ भी रिकॉर्ड ही कायम करता सुखी रंधावे ने ठग ने कि ये 8 महकमे तो सैलरी रहू तो सैलरी कितनी आ गई 2,60,000 रुपया मेरा सवाल है कि इस बंदे च एडी खूबी की है कि ਇਹਦੀ ਤਨਖਾਹ ਚੀਫ ਸੈਕਟਰੀ ਨਾਲੋਂ ਵੱਧ ਇਹਦੀ ਤਨਖਾਹ ਮੁੱਖ ਮੰਤਰੀ ਨਾਲੋਂ ਵੱਧ ਇਹਦੀ ਤਨਖਾਹ ਮੰਤਰੀਆਂ ਨਾਲੋਂ ਵੱਧ ਇਹਦੀ ਤਨਖਾਹ MLA ਨਾਲੋਂ ਵੱਧ ਇਹ ਜਿੰਨੇ ਅਫਸਰ ਚਾਹੇ ਉਹ ਬਿਊਰੋਕਰੈਟ ਹੈ
ਤੇ ਚਾਹੇ ਮੁੱਖ ਮੰਤਰੀ ਸਾਹਿਬ ਹੈ, ਸਭ ਤੋਂ ਦੁੱਗਣੀ ਤਨਖਾਹ ਹਿਮਾਸ਼ੇ ਲੈ ਰਹੇ। ਇਹਦੇ 'ਚ ਏਡੀ ਕਾਬਲੀਅਤ ਕਿਹੜੀ ਹੈ ਜਿਹੜਾ ਇਲੀਗਲ ਆਰਡਰ ਕਰਕੇ ਵਿਦਆਊਟ ਕੈਬਨਿਟ ਅਪਰੂਵਲ ਇਹਨਾਂ ਨੂੰ ਬਲੇਟੈਂਟ ਜਿਹੜੀ ਐਕਸਚੈਕਰ ਦੀ ਲੁੱਟ ਹੋ ਰਹੀ ਹੈ ਉਹ ਪਿਛਲੇ ਪੌਣੇ 2 ਸਾਲ ਤੋਂ ਜਾਰੀ ਹੈ। ਔਰ ਇਹ ਸਾਰੇ ਚੁੱਪ ਕਿਉਂ ਬੈਠੇ ਰਹੇ ਅਫਸਰ ਸਾਹਿਬਾਨ ਵਿੱਚ? ਇਸ ਲਈ ਇਹਦੀ ਜਿਹੜੀ ਇਲੀਗਲ ਅਪਾਇੰਟਮੈਂਟ ਹੈ ਜਿਹਦਾ ਕੋਈ ਕੈਬਨਿਟ ਦੀ ਅਪਰੂਵਲ ਨਹੀਂ, ਉਹਦੀ ਇਨਕੁਆਇਰੀ ਹੋ ਕੇ ਪਰਚਾ ਦਰਜ ਹੋ ਕੇ ਪੈਸੇ ਦੀ ਰਿਕਵਰੀ ਹੋਵੇ, ਕਿਉਂਕਿ ਇਸ ਨੂੰ ਕੱਲਾ ਇਸ ਲਈ ਨਹੀਂ ਵਰਤਿਆ ਜਾ ਰਿਹਾ। ਔਰ ਇਹ ਜਿਹੜਾ ਗੋ ਡਿਜਿਟ ਦਾ ਟੈਂਡਰ ਹੋਇਆ ਨਾ ਉਹਦੇ 'ਚ ਇੱਕ ਮੈਂਬਰ ਸਨ। ਤੁਸੀਂ ਹੈਰਾਨ ਹੋਵੋਗੇ ਕਿ ਜਿਹੜਾ ਪ੍ਰਾਈਵੇਟ ਬੰਦਾ ਹੈ ਉਹਨੂੰ ਮੈਂਬਰ ਨੇ, ਇਹਨੂੰ ਕਮੇਟੀ ਦਾ ਮੈਂਬਰ ਮੰਤਰੀ ਨੇ ਕਿੱਥੋਂ ਲਾਤਾ? ਔਰ ਉਸ ਕਮੇਟੀ ਦਾ ਜਿਹੜਾ ਚੇਅਰਮੈਨ ਸੀ ਕਹਿੰਦੇ ਜੇ ਕੋਈ ਲੋੜ ਪੈ ਜਾਏ ਉਹਦੇ ਨਾਲ ਨਾ ਗੱਲ ਕਰਿਓ, ਆਰਡਰ ਹੈ ਥੱਲੇ, ਆਪੇ ਵਿਖਾ ਦਿਓ ਆਰਡਰ ਅਗਲਾ। ਕਹਿੰਦੇ ਆਫਿਸਰਸ ਰਿਜ਼ਰਵ ਦ ਰਾਈਟ ਟੂ ਪੋਸਟਪੋਨ or reject any of the offers without assessing any reason. Should you have any questions or concerned about any above mentioned details, please contact Siddharth Sharma Advisor, Department of Corporation. ਉਹਦਾ ਨੰਬਰ ਵੀ ਦੇਤਾ for clarification before bidding. ਮਤਲਬ ਕਿ ਇਹ ਜਿਹੜੀ ਠੱਗੀ ਮਾਰਨੀ ਹੈ ਇਹਦੀ ਸਲਾਹ ਜੇ ਕੋਈ ਪ੍ਰੋਬਲਮ ਆ ਰਹੀ ਹੈ ਤੇ ਤੁਹਾਨੂੰ ਚੇਅਰਮੈਨ ਕਮੇਟੀ ਬਣੀ ਆ ਉਸ ਚੇਅਰਮੈਨ ਨੂੰ ਨਹੀਂ ਪੁੱਛਣ ਦੀ ਲੋੜ ਕਮੇਟੀ ਦੇ, ਇਹਨੂੰ ਪੁੱਛਿਓ ਜਿਹੜਾ ਇਲੀਗਲੀ ਅਪਾਇੰਟਡ ਹੈ, ਜਿਹਨੂੰ ਗੱਡੀ ਵੀ ਦਿੱਤੀ ਹੈ, ਤੇਲ ਦਾ ਖਰਚਾ ਵੀ ਹੋ ਰਿਹਾ, ਗੱਡੀ ਵੀ ਦਿੱਤੀ ਉਹਨੂੰ 28-30 ਲੱਖ ਦੀ, 2,60,000 ਰੁਪਈਆ ਉਹਨੂੰ 8 ਮਹਿਕਮਿਆਂ ਤੋਂ ਵੀ ਜਾ ਰਿਹਾ। ਔਰ ਜਿਹੜੇ ਮਹਿਕਮਿਆਂ ਤੋਂ ਜਾ ਰਿਹਾ ਉਹ ਕਈ ਮਹਿਕਮਿਆਂ ਦੇ ਤਾਂ ਆਪ ਵਿਚਾਰਿਆਂ ਦੀ ਤਨਖਾਹ ਦੇਣ ਦੇ ਆਪਣੇ ਸਟਾਫ ਨੂੰ ਪੈਸੇ ਨਹੀਂ ਹੈ। ਆ ਮਹਿਕਮੇ ਪਿੱਛੇ ਸੱਚ ਆ ਪੀਏਡੀਬੀ ਮਹਿਕਮੇ ਤੋਂ ਵੀ ਇਹਨਾਂ ਨੂੰ ਜਾ ਰਹੀ ਹੈ 20,000 ਰੁਪਈਆ ਤੇ ਪੀਏਡੀਬੀ ਮਹਿਕਮੇ ਨੇ 213 ਕਰੋੜ ਕੋਆਪਰੇਟਿਵ ਬੈਂਕ ਤੋਂ ਪੈਸੇ ਲਏ ਨਬਾਰਡ ਨੂੰ ਰੀਪੇ ਕਰਨ ਵਾਸਤੇ। ਤਾਂ ਫਿਰ ਇਹ ਜੇ ਬੰਦੇ ਨੂੰ ਤੁਸੀਂ ਲਾਇਆ ਕਿਉਂ ਜਿਹੜਾ ਅੱਗੇ ਖਰਚੇ ਦਾ ਘਰ ਪੈਦਾ ਹੋ ਰਿਹਾ? ਇੱਕ ਪਾਸੇ ਦਾ ਤੁਸੀਂ ਲੋਨ ਲੈ ਰਹੇ ਹੋ ਆਪਦੇ ਬੈਂਕ ਦੀ ਅਦਾਇਗੀ ਪੂਰੀ ਕਰਨ ਵਾਸਤੇ ਤੇ ਦੂਜੇ ਪਾਸੇ ਉਹਨੂੰ ਲਾ ਰਹੇ ਹੋ। ਫਿਰ ਇਸੇ ਤਰ੍ਹਾਂ ਇਹ PICT ਇਹ ਜਿਹੜਾ ਚੈੱਕ ਕਰਾਇਓ ਕਿ ਇਹਦੀ ਆਮਦਨ ਕੀ ਹੈ। ਆਪ ਬਿਲਕੁਲ ਕੰਮ ਖਤਮ, ਨੋ ਸੋਰਸ ਆਫ ਇਨਕਮ, ਨੋ ਸਰਪਲਸ ਫੰਡ। ਫਿਰ ਦੂਜਾ ਮਹਿਕਮਾ ਜਿਹੜਾ ਇਹਨੂੰ ਤਨਖਾਹ ਦੇ ਰਿਹਾ ਪਨਕੋ ਫੈਡ, ਨੋ ਸੋਰਸ ਆਫ ਰੈਵਨਿਊ, ਨੋ ਸਰਪਲਸ ਫੰਡ। ਇਸੇ ਤਰ੍ਹਾਂ ਸ਼ੂਗਰ ਫੈਡ ਉਹਦੇ ਤੋਂ ਤਨਖਾਹ ਦਿੱਤੀ ਜਾ ਰਹੀ ਹੈ ਤੇ 600 ਕਰੋੜ ਰੁਪਏ ਦਾ ਗੰਨੇ ਦੇ ਕਿਸਾਨਾਂ ਦਾ ਬਕਾਇਆ 1.5 ਸਾਲ ਦਾ 2 ਸਾਲ ਦਾ। ਬਾਜਵਾ ਸਾਹਿਬ ਨੇ ਵੀ ਚਿੱਠੀ ਲਿਖੀ ਹੈ ਤੇ ਉਹ ਪੈਸੇ ਦੇ ਦਿੰਦੇ, ਮਗਰ ਉਹ ਜੇ ਕਿਸਾਨਾਂ ਦੀ ਹੱਕ ਦੀ ਕਮਾਈ ਦੇ ਪੈਸੇ ਦਿੱਤੇ ਨਹੀਂ ਜਾ ਰਹੇ, ਮਗਰ ਮਨਮਰਜ਼ੀਆਂ ਕਰਨ ਵਾਸਤੇ ਜਿਹੜਾ ਬੰਦੇ ਆ ਰਲ ਕੇ ਮੰਤਰੀ ਨਾਲ ਸੁੱਖੀ ਚੋਰ ਨਾਲ ਰਲ ਕੇ ਕੋਈ ਲੁੱਟ ਕਰਾ ਸਕੇ ਉਹਦੀ ਅਪਾਇੰਟਮੈਂਟ ਇੱਥੇ ਕੀਤੀ ਜਾ ਰਹੀ ਹੈ ਅਗੇਂਸਟ ਆਲ ਨੋਰਮਸ। ਕੋਈ ਵੀ ਐਡਵਾਈਜ਼ਰ ਜੇ ਲੱਗਦਾ CM ਸਾਹਿਬ ਦੀ ਅਪਰੂਵਲ ਤੋਂ ਬਾਅਦ ਉਹ ਕੈਬਨਿਟ 'ਚ ਆਉਂਦਾ, ਕੈਬਨਿਟ 'ਚ ਉਹਦੀ ਸਾਰੀਆਂ ਤਨਖਾਹਾਂ ਜਿਵੇਂ ਸਾਡੀ ਸਰਕਾਰ ਵੇਲੇ ਬੈਂਸ ਸਾਹਿਬ ਐਡਵਾਈਜ਼ਰ ਲੱਗੇ ਸੀ ਮੀਡੀਆ ਦੇ ਜਾਂ ਹੋਰ ਲੱਗੇ ਸੀ, ਜਾਂ ਹੁਣ ਦੀ ਸਰਕਾਰ 'ਚ TS ਸ਼ੇਰਗਿੱਲ ਲੱਗੇ ਆ ਜਾਂ ਰਵੀਨ ਠਕਰਾਲ ਲੱਗੇ ਆ। ਤੁਸੀਂ ਇਹ ਵੇਖ ਲਓ ਔਰ ਰਵੀਨ ਠਕਰਾਲ ਦੀ ਵੀ ਤਨਖਾਹ ਇਹਦੇ ਤੋਂ ਘੱਟ ਆ। ਉਹਦੀ ਤਨਖਾਹ ਮੈਂ ਹੁਣੇ ਕੱਢ ਕੇ ਲਿਆਇਆ ਸੀ, ਰਵੀਨ ਠਕਰਾਲ ਦੀ ਤਨਖਾਹ 1.5 ਲੱਖ ਪਰ ਮੰਥ। ਮਗਰ ਇਹ ਭਾਈ ਸਾਹਿਬ ਨੇ ਪਤਾ ਨਹੀਂ ਕਿਹੜੀ ਐਡਵਾਈਸ ਸੁੱਖੀ ਨੂੰ ਦੇਣੀ ਆ ਕਿ ਇਹਦੀ ਤਨਖਾਹ 2,60,000 ਰੁਪਏ ਕਰਤੀ ਆ ਔਰ ਉਹਨਾਂ ਮਹਿਕਮਿਆਂ ਤੋਂ ਕਰਤੀ ਆ ਜਿਨ੍ਹਾਂ ਦੇ ਕੋਲ ਆਪਦੇ ਕੋਲ ਮਹਿਕਮਿਆਂ 'ਚ ਪੈਸੇ ਨਹੀਂ, ਉਹਨਾਂ ਦੇ ਆਪ ਦੇ EMPLOYEES ਕਈ ਥਾਂ ਰੌਲਾ ਪਾਉਂਦੇ ਫਿਰਦੇ। ਔਰ ਇਹ ਮੈਂ ਜੋ ਕੱਢ ਕੇ ਲਿਆਇਆ ਇਹ ਸਿਧਾਰਥ ਸ਼ਰਮਾ ਦੀ ਨਾ, ਜਿਵੇਂ ਲੱਖੀ ਕਬੂਤਰ ਦਾ ਮੈਂ ਰਿਜ਼ਲਟ ਕੱਢਿਆ ਸੀ, ਤੁਸੀਂ ਕੱਢ ਲਿਓ। ਇਹ ਐਕਸ ਇੰਸ਼ੋਰੈਂਸ ਦਾ ਕੰਮ ਕਰਦਾ ਰਿਹਾ, ਉਹਨਾਂ ਦਾ ਏਜੰਟ ਹੀ ਰਿਹਾ। ਇੱਕ ਕੰਪਨੀਆਂ ਨੇ ਦੋ ਤਿੰਨ ਕੰਪਨੀਆਂ, ਕੋਈ ਮੈਗਨਾ ਹੋ ਗਈ, ਇੱਕ ਅੱਧੀ ਹੋਰ ਹੈ, ਉਹਦੀ ਸਾਰੀ ਡਿਟੇਲ ਮੈਂ ਹੋਰ ਕੱਢ ਕੇ ਲਿਆਉਂਗਾ, ਤੁਸੀਂ ਵੀ ਪਤਾ ਕਰ ਲਿਓ। ਸਿਰਫ ਤੇ ਸਿਰਫ ਇਸ ਨੂੰ ਇਸ ਲਈ ਅਪਾਇੰਟ ਕੀਤਾ ਗਿਆ ਕਿ ਕਿਵੇਂ ਨਾ ਕਿਵੇਂ ਪੰਜਾਬ ਦੇ ਖਜ਼ਾਨੇ ਦੀ ਲੁੱਟ ਕਰਕੇ ਉਹਦਾ ਡਾਇਰੈਕਟ ਬੈਨੀਫਿਟ
ਮੰਤਰੀ ਆਪ ਲੈ ਸਕੇ। ਸਿੰਗਲ ਬਿਡਿੰਗ ਟੈਂਡਰ ਜਿਹੜੀ ਅਪਰੂਵ ਹੋਈ ਅਫਸਰਾਂ ਦੇ ਵਿਰੋਧ ਦੇ ਬਾਵਜੂਦ, ਈ ਟੈਂਡਰਿੰਗ ਪ੍ਰੋਸੈਸ ਨੂੰ ਖਤਮ ਕਰਕੇ ਈਮੇਲਿੰਗ ਪ੍ਰੋਸੈਸ ਫੋਲੋ ਕੀਤਾ, ਜਿਹਦਾ ਕੋਈ ਪ੍ਰੋਸੈਸ ਹੀ ਨਹੀਂ। CBC ਗਾਈਡਲਾਈਨਸ ਦੀ ਧੱਜੀਆਂ ਉਡਾਈਆਂ ਗਈਆਂ। ਔਰ ਹੁਣ ਵੱਡੀ ਗੱਲ ਕਿ ਜਿਹੜਾ ਇਹ ਸਾਰਾ ਕੰਮ ਕਰਾ ਰਿਹਾ ਸੀ ਉਹ ਆਪ ਉਹਦੀ ਅਪਾਇੰਟਮੈਂਟ ਇਲੀਗਲ ਹੈ, ਅਗੇਂਸਟ ਨੋਰਮਸ ਹੈ। ਹਰ ਤਰੀਕੇ ਦੇ ਕਾਨੂੰਨ ਨੂੰ ਛਿੱਕੇ ਟੰਗ ਕੇ ਇਹਨੂੰ ਲਾਇਆ ਗਿਆ। ਇਹ ਸਾਰਾ ਕੁਝ ਤੁਹਾਡੇ ਕੋਲ ਲੈ ਕੇ ਆਏ। ਦੂਜੀ ਗੱਲ, ਜਿਹੜਾ ਇੱਕ ਬੜਾ ਵੱਡਾ ਫਰਾਡ ਹੋ ਰਿਹਾ, ਔਰ ਮੈਂ ਧੰਨਵਾਦੀ ਹਾਂ। ਵੇਖੋ ਅੱਜ ਉਹਨਾਂ ਨੇ ਚਿੱਠੀ ਵੀ ਲਿਖੀ ਹੈ ਇਸ ਬਾਬਤ। ਇਹ ਸਾਡੇ ਸਤਿਕਾਰਯੋਗ MP ਸਾਹਿਬ ਗੁਰਜੀਤ ਔਜਲਾ ਜੀ ਨੇ। ਮੇਰਾ ਕਹਿਣ ਦਾ ਭਾਵ ਕਿ ਕੋਵਿਡ ਨੂੰ ਤਾਂ ਇੱਕ ਬਹਾਨਾ ਸਰਕਾਰ ਨੇ ਫੜ ਲਿਆ ਠੱਗੀ ਮਾਰਨ ਦਾ। ਅੱਜ ਗੁਰਜੀਤ ਔਜਲੇ ਨੇ ਵੀ ਸਾਹਿਬ ਨੇ ਚਿੱਠੀ ਲਿਖੀ ਹੈ, ਆ ਮੁੱਖ ਮੰਤਰੀ ਸਾਹਿਬ ਨੂੰ ਚਿੱਠੀ ਲਿਖਤੀ। ਇੱਕ ਪਰਚਾ ਦਰਜ ਹੁੰਦਾ ਹੈ ਅੰਮ੍ਰਿਤਸਰ ਤੁੱਲੀ ਲੈਬ ਦੀ ਗੱਲ ਤੁਸੀਂ ਸੁਣੀ ਹੋਣੀ। ਹੁਣ ਤੁੱਲੀ ਲੈਬ ਅਪਰੂਵ ਕਿਹਨੇ ਕਰਾਈ ਉਹ ਜਰਾ ਤੁਸੀਂ ਹੁਣ ਉਹ ਵੀਡੀਓ ਵੇਖ ਲਓ, ਤੁਹਾਡੀ ਤਸੱਲੀ ਹੋ ਜੂਗੀ। ਉਹ ਮਾੜੀ ਜੀ ਦਿਖਾ ਦੇ ਮੇਰਾ ਵੀ। ਇਹ ਭਾਈ ਸਾਹਿਬ ਨੇ OSD to CM ਆ ਸੁਣ ਲਿਓ ਕੀ ਕਹਿ ਰਹੇ ਤੁੱਲੀ ਲੈਬ ਬਾਰੇ। Getting a private lab on board which has got an NABL accreditation and it's got the clearance from the ICMR. From next week we are going to start taking tests of private people who can go pay up and get themselves tested and get a clearance. So we are identifying a place in which you drive up in your car, a swab will be taken from your nose, and in the evening you get your report. So we plan to do around 30 to 40,000 minimum tests in Amritsar. So we can go up to, and we are planning to, increase the testing. Right now, Tulli alone has a test of 400 as of today. Yesterday new machines are coming, so 400 tests he can do today. We are planning to ramp it up to 1,000 tests per day. So even if we do 1,000, that means in a month we can cover 30,000 people. The only way we can get an exit plan. ਇਹ ਹੁਣ ਕੋਈ ਹੋਰ ਨਹੀਂ, ਇਹ ਤੁੱਲੀ ਲੈਬ ਦਾ ਇਹਨਾਂ ਦੇ ਨਾਲ ਹੋਰ ਵੀ ਕਾਂਗਰਸ ਦੇ ਲੀਡਰ ਖਲੋਤੇ ਹੋ, ਫੋਟੋ ਮੈਂ ਫੇਰ ਰਿਲੀਜ਼ ਕਰ ਦੂੰ। ਇਹ ਜਿਹੜਾ ਹਸਪਤਾਲ ਤੁੱਲੀ ਲੈਬ EMC ਹਸਪਤਾਲ ਦਾ ਬਾਰ-ਬਾਰ ਜ਼ਿਕਰ ਆ ਰਿਹਾ। ਕਹਿਣ ਦਾ ਭਾਵ ਕਿ ਇਹਨਾਂ ਦੇ ਖਿਲਾਫ ਸ਼ਿਕਾਇਤ ਕੀ ਹੋਈ। ਇੱਕ ਦੱਤਾ ਪਰਿਵਾਰ ਹੈ, ਇੱਕ ਖੁੱਲਰ ਪਰਿਵਾਰ ਹੈ, ਜਿਨ੍ਹਾਂ ਦੀ ਡਾਕਟਰ ਆਪ ਡਾਕਟਰ ਇਨ ਲਾਅ ਡਾਕਟਰ ਹੈ। ਉਹ 9 ਮੰਥ ਪ੍ਰੈਗਨੈਂਟ ਸੀ, ਉਹਦੀ ਜਾਨ ਨਾਲ ਖੇਡਿਆ ਗਿਆ। ਉਹਨੂੰ ਨੈਗੇਟਿਵ ਤੋਂ ਪੋਜ਼ਿਟਿਵ ਕਰਤਾ। ਉਹਨੇ ਜਦ ਰੌਲਾ ਪਾਇਆ ਉਹਦਾ ਟੈਸਟ ਦੁਬਾਰਾ ਤੋਂ ਹੋਇਆ ਔਰ ਉਹ ਨੈਗੇਟਿਵ ਹੀ ਪਾਈ ਗਈ। ਮਗਰ ਇੱਕ 9 ਮੰਥ ਪ੍ਰੈਗਨੈਂਟ ਲੇਡੀ ਦੇ ਨਾਲ ਇਸ ਤਰੀਕੇ ਨਾਲ ਉਹਦੇ ਪਰਿਵਾਰ ਨਾਲ ਖਿਲਵਾੜ ਕੀਤਾ ਜਾਵੇ, ਮੈਂਟਲੀ ਹੈਰੈਸ ਕੀਤਾ ਜਾਵੇ, ਉਹਨੇ ਰੌਲਾ ਪਾਇਆ। ਪੁਲਿਸ ਨੇ ਕੋਈ ਪਰਚਾ ਨਹੀਂ ਦਿੱਤਾ। ਮੇਰੀ ਗੱਲ ਧਿਆਨ ਨਾਲ ਸੁਣਿਓ ਜੀ। ਕਾਰਪੋਰੇਸ਼ਨ ਜਿਹੜਾ ਅੰਮ੍ਰਿਤਸਰ ਨੇ ਪੁਲਿਸ ਮਹਿਕਮਾ ਪੁਲਿਸ ਕਮਿਸ਼ਨਰੇਟ ਉਹਨਾਂ ਕੋਲ ਸ਼ਿਕਾਇਤ ਗਈ, ਕੋਈ ਪਰਚਾ ਨਹੀਂ ਦਰਜ ਹੋਇਆ। ਰੌਲਾ ਪੈਣ ਤੋਂ ਬਾਅਦ ਲੋਕਾਂ ਦੇ ਦਬਾਅ ਤੋਂ ਬਾਅਦ ਵਿਜੀਲੈਂਸ ਸਟੈਪ ਇਨ ਕਰਦੀ ਹੈ ਔਰ ਵਿਜੀਲੈਂਸ ਪਰਚਾ ਦਿੰਦੀ ਹੈ 307 ਦਾ, 336 ਦਾ, ਡੂਇੰਗ ਐਨ ਐਕਟ ਵਿਚ ਕਾਜ਼ਸ ਡੇਂਜਰ ਟੂ ਹਿਊਮਨ ਲਾਈਫ 270 ਦਾ, ਚੀਟਿੰਗ ਦਾ, ਫੋਰਜਰੀ ਦੇ ਧਾਰਾ 467, 68, 471, ਡਿਸਓਬੇਇੰਗ ਆਫ ਪਬਲਿਕ ਆਰਡਰ। ਇਹ ਸਾਰਾ ਪ੍ਰੀਵੈਂਸ਼ਨ ਆਫ ਕਰਪਸ਼ਨ ਐਕਟ, ਇਹ ਕਈ ਧਾਰਾਵਾਂ ਲਾ ਕੇ ਇਹ ਕਿਹਨਾਂ ਦੇ ਖਿਲਾਫ ਪਰਚਾ ਹੁੰਦਾ। ਇਹ ਸਾਰੇ ਲੋਕਾਂ ਦੇ ਖਿਲਾਫ ਆ। ਤੁੱਲੀ ਲੈਬ, ਇਹ ਤੁੱਲੀ ਲੈਬ ਵਾਲੇ ਹੈ ਕੌਣ? EMC ਹਸਪਤਾਲ 'ਚ ਬਲੱਡ ਬੈਂਕ ਜਿਹੜਾ ਹੈ ਉਹਨੂੰ ਸਾਂਭਦੇ ਆ। ਔਰ EMC ਹਸਪਤਾਲ ਵਾਲਾ ਵੀ ਵਿੱਚ ਸੀ ਪਵਨ ਅਰੋੜਾ, ਡਾਕਟਰ ਇੱਕ ਹੋਰ ਇਹਦੇ 'ਚ ਨਾਂ ਡਾਕਟਰ ਮਹਿੰਦਰ ਸਿੰਘ, ਡਾਕਟਰ ਰਿਦਮ ਤੁੱਲੀ, ਡਾਕਟਰ ਸੰਜੇ ਪਿਪਲਾਨੀ, ਡਾਕਟਰ ਰੋਬਨ ਤੁੱਲੀ, ਪਵਨ ਅਰੋੜਾ, ਮਾਲਕ EMC ਹਸਪਤਾਲ, ਡਾਕਟਰ ਪੰਕਜ ਸੋਨੀ। ਹੁਣ ਮੇਰੇ ਕੋਲ ਜੋ ਖਬਰ ਹੈ 1-2 ਦਿਨ ਪਹਿਲਾਂ ਡਾਕਟਰ ਪੰਕਜ ਸੋਨੀ ਨਾਲ ਆਲਾ ਪੁਲਿਸ ਅਧਿਕਾਰੀਆਂ ਦੀ ਮੀਟਿੰਗ ਹੁੰਦੀ ਹੈ। ਫਿਰ ਚਿੱਠੀ ਕੌਣ ਬਣਾਉਂਦਾ? ਚਿੱਠੀ ਜਾਂਦੀ ਹੈ ਚੰਡੀਗੜ੍ਹੋਂ, ਚੀਫ ਸੈਕਟਰੀ ਦੀ ਚਿੱਠੀ ਵਿਖਾਈ। ਦੇਖੋ ਕਿੱਥੋਂ ਤੱਕ ਇਹਨਾਂ ਪ੍ਰਾਈਵੇਟ ਹਸਪਤਾਲ ਜਿਹੜੇ ਲੋਕਾਂ ਦੀ ਜ਼ਿੰਦਗੀ ਨਾਲ ਖੇਡ ਰਹੇ ਆ, ਟੈਸਟਿੰਗ ਦਾ ਫਰਾਡ ਕਰ ਰਹੇ ਆ,
ਉਹਦੀ ਚਿੱਠੀ ਚੀਫ ਸੈਕਟਰੀ ਤੋਂ ਅਪਰੂਵ ਹੋ ਕੇ ਆਈ ਹੈ ਕਿ ਨਹੀਂ। ਆ ਉਲਟੀ ਗੰਗਾ ਪਹਿਲੀ ਵਾਰੀ ਵੇਖੀ ਹੈ ਬਹਿੰਦੀ ਹੋਈ ਕਿ ਵਿਜੀਲੈਂਸ ਤੋਂ ਇਨਕੁਆਇਰੀ ਲੈ ਕੇ ਵਾਪਸ ਉਸੇ ਪੁਲਿਸ ਫੋਰਸ ਨੂੰ ਦੇਤੀ ਅੰਮ੍ਰਿਤਸਰ ਨੂੰ, ਜਿਹੜੀ ਅੱਗੇ ਇਹਨਾਂ ਦੇ ਖਿਲਾਫ ਐਕਸ਼ਨ ਨਹੀਂ ਲੈ ਰਹੀ ਸੀ। ਮਦਦ ਕੀਤੀ ਜਾ ਰਹੀ ਹੈ, ਕਿਉਂ? ਕਿਤੇ ਨਾ ਕਿਤੇ ਪੈਸੇ ਦਾ ਲੈਣ ਦੇਣ ਹੋ ਗਿਆ। ਇਹ FIR ਦਰਜ ਹੋਈ ਨੂੰ ਅੱਜ ਹੋ ਗਏ ਆਲਮੋਸਟ ਮਹੀਨਾ ਹੀ ਹੋ ਗਿਆ ਮੈਨੂੰ ਲੱਗਦਾ, 23/6 ਦੀ ਹੋਈ ਸੀ, ਅੱਜ 20 ਦਿਨ ਹੋ ਗਏ। 23-20 ਦਿਨਾਂ 'ਚ ਹਾਲੇ ਤੱਕ ਇੱਕ ਬੰਦਾ ਨਹੀਂ ਫੜਿਆ ਗਿਆ। ਸਿਰਫ ਇਸ ਲਈ ਨਹੀਂ ਫੜਿਆ ਗਿਆ ਕਿਉਂਕਿ ਕਿਤੇ ਨਾ ਕਿਤੇ ਇਹ ਜੇ ਸਿਆਸੀ ਬੰਦੇ ਦਖਲ ਦੇ ਕੇ ਸਹੀ ਕੰਮ ਨਹੀਂ ਹੋਣ ਦੇ ਰਹੇ। ਅੱਜ ਇਹਨਾਂ ਨੇ ਚਿੱਠੀ ਤਾਂ ਲਿਖਤੀ, ਇਹ ਤਾਂ ਕੱਲਾ MP ਸਾਹਿਬ ਨੇ ਆਪ ਦੀ ਜਾਨ ਬਚਾਈ ਹੈ ਚਿੱਠੀ ਲਿਖ ਕੇ, ਕਿਉਂਕਿ ਲੋਕ ਇਹਨਾਂ ਦੇ ਆ ਕੇ ਦਿਵਾਲੇ ਹੋ ਰਹੇ ਸੀ ਔਰ ਇਹਨਾਂ ਨੇ ਆਪਣੇ ਆਪ ਨੂੰ ਪਤਲੀ ਗਲੀ ਚੋਂ ਨਿਕਲ ਆਸੇ। ਚਲੋ ਮੈਂ ਇਹਨਾਂ ਦਾ ਇਸ ਦੀ ਧੰਨਵਾਦੀ ਆ ਕਿ ਅਖੀਰ 'ਚ ਲਿਖਦੇ ਆ, ਕਹਿੰਦਾ I therefore request you, your good self, to personally intervene into this matter and transfer the probe back to Vigilance Bureau or order a judicial probe under the supervision of a sitting judge of Punjab and Haryana High Court that could get to the bottom of this matter। ਕਹਿਣ ਦਾ ਭਾਵ ਇਹ ਉਹੀ MP ਨੇ ਜਿਨ੍ਹਾਂ ਨੇ ਪਹਿਲਾਂ PPE ਕਿੱਟਾਂ 'ਚ ਵੀ ਕੇਂਦਰ ਨੂੰ ਲਿਖਤਾ ਸੀਗਾ ਕਿ ਸਾਨੂੰ ਭਰੋਸਾ ਕੋਈ ਨਹੀਂ ਹੁਣ ਪੰਜਾਬ ਸਰਕਾਰ ਤੇ, ਤੁਸੀਂ ਕਰ ਲਓ। ਇਹਨਾਂ ਨੇ ਤਾਂ ਮਹੀਨਾ 2 ਟਪਾ ਤੇ ਕੱਖ ਨਹੀਂ ਕਰਨਾ। ਉਹੀ ਕੁਝ ਜੋ ਅਸੀਂ ਕਹਿੰਦੇ ਐਜ਼ ਆਪੋਜੀਸ਼ਨ ਪਾਰਟੀ ਕਿ ਸਾਨੂੰ ਸਰਕਾਰ ਦੀ ਇਨਕੁਆਇਰੀਆਂ ਤੇ ਭਰੋਸਾ ਕੋਈ ਨਹੀਂ, ਉਹੀ ਚਿੱਠੀ ਹੁਣ MP ਨੇ ਲਿਖਤੀ ਹੈ। ਫਿਰ ਤੁਸੀਂ ਸਮਝਦੇ ਹੋ ਕਿ ਇਹਨਾਂ ਹਾਲਾਤਾਂ 'ਚ ਕਿ ਅੰਮ੍ਰਿਤਸਰ ਵਾਸੀਆਂ ਨੂੰ ਜਿਨ੍ਹਾਂ ਨਾਲ ਇਹ ਫਰਾਡ ਹੋਇਆ, ਪੈਸੇ ਵੱਧ ਵਸੂਲੇ ਗਏ, ਲੋਕਾਂ ਦੀ ਜ਼ਿੰਦਗੀ ਨਾਲ ਖੇਡਿਆ ਗਿਆ। ਉੱਥੇ ਹਸਪਤਾਲ ਨੇ 4 ਲੱਖ ਰੁਪਏ ਮੰਗੇ ਆ ਕੋਵਿਡ ਦੀ ਟ੍ਰੀਟਮੈਂਟ ਵਾਸਤੇ, ਪਰਚੇ 'ਚ ਲਿਖਿਆ ਹੋਇਆ ਸਾਰਾ, ਮਗਰ ਕੋਈ ਕਾਰਵਾਈ ਨਹੀਂ। ਇਸ ਲਈ ਪੈਸੇ ਵਾਲਾ ਬੰਦਾ ਚਾਹੇ ਉਹ ਆ ਕਾਰਪੋਰੇਸ਼ਨ ਮਿਨਿਸਟਰ ਨਾਲ ਸੰਪਰਕ ਕਰ ਲਵੇ, ਚਾਹੇ ਇੱਥੇ ਕਰ ਲਵੇ, ਸਾਰੇ ਫੈਸਲੇ ਤੈਸ਼-ਨੈਸ਼ ਹੋ ਜਾਂਦੇ, ਲੋਕਾਂ ਨੂੰ ਇਨਸਾਫ ਨਹੀਂ ਮਿਲਦਾ। ਆਹੀ ਗੱਲਾਂ ਮੈਂ ਤੁਹਾਡੇ ਕੋਲ ਲਿਆਉਣੀ ਸੀ ਜੀ। ਔਰ ਜਿਹੜੀ ਇਹ ਗੱਡੀਆਂ ਦੀ ਖਰੀਦ ਕੀਤੀ ਜਾ ਰਹੀ ਹੈ, 5 ਕਰੋੜ ਖਰਚਿਆ ਜਾ ਰਿਹਾ ਹੈ, ਇਹ ਫਜ਼ੂਲ ਖਰਚੀ ਹੈ। ਇਹ ਸਮਾਂ ਨਹੀਂ, ਇੱਕ ਪਾਸੇ ਤੁਹਾਡਾ ਖਜ਼ਾਨਾ ਖਾਲੀ ਹੈ। ਇਹ ਪੈਸੇ ਹੈਲਥ ਇਨਫਰਾਸਟ੍ਰਕਚਰ ਵਾਸਤੇ ਜਾਂ ਆਸ਼ਾ ਵਰਕਰਸ ਦੇ ਭਲੇ ਵਾਸਤੇ ਜਾਂ ਫਾਰਮਾਸਿਸਟ ਦੀ ਜਿਹੜੀਆਂ ਡਿਮਾਂਡਾਂ ਨੇ ਉੱਥੇ ਪੈਸੇ ਖਰਚ ਹੋਣ ਜਾਂ ਮੈਡੀਕਲ ਇਨਫਰਾਸਟ੍ਰਕਚਰ ਨੂੰ ਬੈਟਰ ਕਰਨ ਵਾਸਤੇ ਹੋਵੇ। ਇਹ ਗੱਡੀਆਂ ਗੁੱਡੀਆਂ ਤੇ ਫੇਰ ਲੈ ਲੈਣ। ਗੱਡੀਆਂ ਲੈ ਕੇ ਜਾਣਾ ਕਿੱਥੇ ਜੇ ਲਾਕਡਾਊਨ ਲੱਗਿਆ? ਜਾਣਾ ਇਹਨਾਂ ਨੇ ਕਿੱਥੇ? ਘਰੋਂ ਤਾਂ ਨਿਕਲਦੇ ਨਹੀਂ ਅੱਧੇ ਇਹਨਾਂ ਚੋਂ ਬਾਹਰ। ਤੇ ਆ ਨਾਲ ਹੀ ਆਪ ਵਾਲੇ MLA ਕਹਿੰਦੇ, ਇਹਨਾਂ ਨੇ ਇਹ ਨਹੀਂ ਆਖਿਆ ਕਿ ਗੱਡੀਆਂ ਨਾ ਲਿਓ, ਉਹਨੂੰ ਕਹੀ ਜਾਂਦੇ ਕਿ ਸਾਨੂੰ ਪਹਿਲਾਂ ਦੇ ਤੁਸੀਂ ਫੇਰ ਲੈ ਲਿਓ। ਅਮਨ ਅਰੋੜਾ ਜੀ ਤਾਂ ਲੈ ਵੀ ਗਏ ਕਿਤੇ, ਪਤਾ ਨਹੀਂ ਉਹਨਾਂ ਨੂੰ ਸ਼ਾਇਦ ਇਸੇ ਲਈ ਗੱਲ ਦੀ ਗੱਡੀ ਮਿਲ ਜਾਂਦੀ, ਕੋਈ ਸਾਡੇ ਖਿਲਾਫ ਮੋਰਚਾ ਖੋਲਦੇ। ਚਲੋ ਉਹਨਾਂ ਦਾ ਮੈਂ ਭਲਾ ਹੀ ਮੰਗਦਾ, 1 ਦੀ ਜਗ੍ਹਾ ਉਹਨੂੰ 2 ਦੇ ਦਿਓ, ਜੋ ਕੱਲ ਸਵਾਲ ਸਾਨੂੰ ਇੱਕ ਹੋਰ ਪਾਉਂਦਾ। ਮਗਰ ਤੁਸੀਂ ਪਹਿਲਾਂ ਆਸ਼ਾ ਵਰਕਰਾਂ ਦਾ ਫਿਕਰ ਕਰੋ, ਫਾਰਮਾਸਿਸਟਾਂ ਦਾ ਫਿਕਰ ਕਰੋ। ਹਾਂਜੀ, ਆਹ ਖਬਰ ਤਾਂ ਵੇਖ ਹੀ ਲਈ ਹੋਣੀ ਤੁਸੀਂ, ਅੱਜ ਆਈ ਆ। ਇਹਦੀ 2 ਸਾਲ ਹੋ ਗਏ ਜੀ। ਇਹਦੀ ਹੈ ਜੀ 19 ਦੀ ਹੈ, ਮਾਰਚ 19 ਦੀ ਐਗਜ਼ੈਕਟ ਡੇਟ ਹੈ ਜੀ 22 ਮਾਰਚ 25/3/19 ਨੂੰ ਜੀ। ਇਹ ਤਾਂ ਮੁੱਖ ਮੰਤਰੀ ਤੋਂ ਵੀ ਕਾਬਲ ਹੈ। ਮੈਂ ਕਹਿੰਦਾ ਇਹਨੂੰ ਚਾਰਜ ਆ ਸੁੱਖੀ ਰੰਧਾਵਾ ਦਵਾ ਦੇਵੇ, ਕਿਉਂਕਿ ਤਨਖਾਹ ਤਾਂ ਇਹਨੂੰ ਵੱਧ ਦਿੰਦੇ ਆ। ਕਾਬਲ ਹਾਈਐਸਟ ਪੇਡ ਬੰਦਾ ਹੈ ਪੰਜਾਬ 'ਚ ਅੱਜ ਦੀ ਡੇਟ 'ਚ, ਚੀਫ ਸੈਕਟਰੀ ਨਾਲੋਂ ਵੱਧ ਸੈਲਰੀ ਲੈ ਰਹੇ। ਕੋਈ ਵੱਡੀ ਸਲਾਹ ਦਿੰਦੇ ਹੋਣੀ, ਐਡੀ ਸਲਾਹ ਤਾਂ ਆ ਬੀਬੀ ਜੀ ਕੋਲੋਂ ਨਹੀਂ ਦਿੱਤੀ ਜਾਂਦੀ ਹੋਣੀ। ਨਹੀਂ ਤੁਸੀਂ ਦੇਖ ਹੀ ਲਿਆ ਜੀ ਕਿ ਇਹ ਜਿਹੜਾ ਪਹਿਲੀ ਗੱਲ ਹੈ, ਇੱਕ ਹੋਰ ਪਲੀਜ਼ ਤੁਸੀਂ ਕਰਿਓ ਇਨਵੈਸਟੀਗੇਟਿਵ ਜਰਨਲਿਜ਼ਮ। EMC ਹਸਪਤਾਲ ਸਰਕਾਰੀ ਥਾਂ ਸੀ, ਚੈਰੀਟੇਬਲ ਹਸਪੀਟਲ ਲਈ ਜਗ੍ਹਾ ਦਿੱਤੀ ਗਈ ਤੇ ਉੱਥੇ ਚੈਰਿਟੀ ਤਾਂ ਹੁੰਦੀ ਨਹੀਂ, ਉੱਥੇ ਤਾਂ ਲੋਕਾਂ ਨਾਲ ਫਰਜ਼ੀ ਕੰਮ ਹੁੰਦੇ ਆ, ਮਤਲਬ ਫਰਾਡ ਹੁੰਦਾ। ਕਿਉਂ ਨਹੀਂ ਉਹਦਾ ਲਾਇਸੈਂਸ ਕੈਂਸਲ ਹੁੰਦਾ? ਕਿਉਂ ਨਹੀਂ ਉਹ ਜਗ੍ਹਾ ਵਾਪਸ ਲਈ ਜਾਂਦੀ? ਇੰਨੀ ਲੰਮਾ ਸਮਾਂ ਕਿਉਂ ਦਿੱਤਾ ਜਾ ਰਿਹਾ? ਸੁਭਾਵਿਕ ਹੈ ਕਿ ਹੁਕਮਰਾਨ 'ਚ ਕੁਝ ਲੋਕ ਬੈਠੇ ਆ, ਚਾਹੇ ਜਿਨ੍ਹਾਂ ਦਾ ਨਾਂ ਤੁਸੀਂ ਲਿਆ, ਚਾਹੇ ਕੁਝ ਹੋਰ ਲੋਕ ਹੈ ਜਿਹੜੇ ਇਹਨਾਂ ਦੀ ਮਦਦ ਕਰ ਰਹੇ ਆ। ਹੁਣ ਮਦਦ ਉਹ ਮੁਫਤ 'ਚ ਤਾਂ ਕਰਦੇ ਨਹੀਂ, ਤਾਂ ਤੁਸੀਂ ਵੀ ਜਾਣਦੇ ਹੋ, ਮੈਂ ਵੀ ਜਾਣਦਾ
ਹੁਣ ਇਸ ਗੱਲ ਦੀ ਇਨਕੁਆਇਰੀ ਹੋਵੇ ਜੱਜ ਸਾਹਿਬ ਕੋਲੋਂ ਕਿ ਕਿਹਨੇ ਕਿੰਨੇ ਪੈਸੇ ਲਏ ਔਰ ਇਹ ਇਨਕੁਆਇਰੀ ਠੱਪ ਕਰਾਉਣ ਤੁਰਿਆ, ਕਿਉਂਕਿ ਜਦ ਕੋਰਟ 'ਚ ਇਹ ਗੱਲ ਜਾਊਗੀ ਕਿ ਪੰਜਾਬ ਸਰਕਾਰ ਨੇ ਤਾਂ ਹੁਣ ਵਿਜੀਲੈਂਸ ਤੋਂ ਬਦਲ ਕੇ ਇਨਕੁਆਇਰੀ ਪੁਲਿਸ ਨੂੰ ਦੇ ਦਿੱਤੀ ਹੈ ਤੇ ਸਿੱਧਾ ਐਡਵਾਂਟੇਜ ਜਿਨ੍ਹਾਂ ਦੀਆਂ ਬੇਲਾਂ ਲੱਗੀਆਂ ਉਹਨਾਂ ਨੂੰ ਮਿਲੂਗਾ ਔਰ ਉਹਨਾਂ ਨੂੰ ਫਾਇਦਾ ਹੋ ਜਾਊਗਾ, ਲੋਕ ਤਰਸਦੇ ਰਹਿ ਜਾਣਗੇ। ਬਿਲਕੁਲ ਕੀਤਾ ਗਿਆ ਜੀ, ਸੀਨੀਅਰ ਅਫਸਰਾਂ ਨੂੰ ਵੀ ਥ੍ਰੈਟ ਕੀਤਾ ਗਿਆ। ਮੈਂ ਤਦੇ ਪੁੱਛ ਰਿਹਾ, ਤੁੱਲੀ ਲੈਬ ਦਾ ਤਾਂ ਅਸੀਂ ਨਾਂ ਨਹੀਂ ਸੁਣਿਆ ਸੀ ਕਦੇ ਅੰਮ੍ਰਿਤਸਰ 'ਚ, ਇਹ ਰੌਲੇ ਤੋਂ ਬਾਅਦ ਸੁਣ ਲਿਆ। ਵੱਡੀਆਂ ਲੈਬਾਂ ਨੂੰ ਛੱਡ ਕੇ ਇੱਕ ਲੈਬ ਦਾ ਪ੍ਰਚਾਰ ਕਰ ਰਿਹਾ ਕਿ ਅੱਜ ਇਹ ਇੰਨੇ ਟੈਸਟ ਕਰ ਰਿਹਾ, ਆਉਣ ਵਾਲੇ ਸਮੇਂ 'ਚ 1000 ਟੈਸਟ ਰੋਜ਼ ਕਰੂਗਾ। ਇਹ ਤਾਂ ਉਹਦੇ ਬਣ ਗਏ ਸੇਲਸਮੈਨ ਬਣ ਗਏ ਉਹਦੇ। ਉਹਦੇ ਪਿੱਛੇ ਡਾਕਟਰ ਬਲਬੀਰ ਸਿੱਧੂ ਦਾ ਹੱਥ, ਡਾਕਟਰ ਹੀ ਆ। ਜਦੋਂ ਸਾਰਾ ਕੁਝ ਹੀ ਗੋਲਮਾਲ ਕਰ ਦੇਣਾ ਤੇ ਫਿਰ ਉਹਦੀ ਕਲਾਕਾਰੀ ਆ। ਦੇਖੋ, ਪੰਜਾਬ ਪੁਲਿਸ ਨੂੰ ਇੱਕ ਗੱਲ ਦੀ ਤਾਂ ਵਧਾਈ ਦਿੰਦਾ ਮੈਂ ਕੈਪਟਨ ਸਾਹਿਬ ਨੂੰ ਕਿ ਕਰੋਨਾ ਮਾਰਨ ਦਾ ਇਹਨਾਂ ਨੇ ਦੁਨੀਆ 'ਚ ਨਵੇਕਲਾ ਹੀ ਕਦਮ ਲੱਭਿਆ। ਇੱਕ ਤਾਂ ਡਾਂਗ ਮਰਵਾਉਂਦੇ ਪੰਜਾਬ ਪੁਲਿਸ ਤੋਂ, ਤਾਂ ਇਹ ਕਰੋਨਾ ਮਾੜੀ ਮੋਟੀ ਕਾਬੂ ਕਰ ਲੈਂਦੇ, ਜਾਂ ਇਹ ਜਿਹੀਆਂ ਲੈਬਾਂ ਨੂੰ ਦੇ ਦਿੰਦੇ ਕੰਮ, ਜਿਹੜਾ ਨੈਗੇਟਿਵ ਦਾ ਪੋਜ਼ਿਟਿਵ, ਪੋਜ਼ਿਟਿਵ ਦਾ ਨੈਗੇਟਿਵ, ਤੇ ਜਿਹੜਾ ਆ ਫਿਗਰਸ ਬਜਿੰਗ ਕਹਿੰਦੇ ਜਿਹਨੂੰ ਅਸੀਂ, ਗੋਲਮਾਲ ਜਿਹੜਾ ਕਾਗਜ਼ਾਂ 'ਚ ਕਰ ਦਿੰਦੇ, ਤਦੇ ਹੁਣ ਐਡਾ ਕਹਿਰ ਫੈਲ ਰਿਹਾ। ਅਸਲੀਅਤ ਕੁਝ ਹੋਰ ਹੈ, ਕੰਮ ਕੁਝ ਹੋਰ ਹੋਈ ਜਾ ਰਿਹਾ। ਇਸ ਲਈ ਇਹਦੇ ਸਾਰੇ ਕੰਮ ਲਈ ਤਾਂ ਵੱਡਾ ਧੰਨਵਾਦ ਡਾਕਟਰ ਬਲਵੀਰ ਸਿੰਘ ਜੀ ਸਿੱਧੂ ਸਾਹਿਬ ਦਾ ਹੀ ਕਰਨਾ। ਆ 13 ਕਰੋੜ ਦਾ ਟੈਂਡਰ ਸੀ ਜਿਹੜਾ ਇਹਨਾਂ ਨੂੰ ਦੇਣ ਲੱਗੇ ਸੀ ਕਾਰਪੋਰੇਸ਼ਨ ਨੇ, ਅੰਮ੍ਰਿਤਸਰ ਕਾਰਪੋਰੇਸ਼ਨ ਨੇ। ਇਹ ਸਹੀ ਗੱਲ ਹੈ। ਤੁਸੀਂ ਆਪ ਭਗਵੰਤ ਮਾਨ ਜੀ ਨੂੰ ਸਵਾਲ ਕੀਤਾ ਕਿ ਕਿੱਥੋਂ, ਤੁਸੀਂ ਆਪ ਕੀਤਾ ਕਿ ਕਿਹਨਾਂ ਨੇ ਕੀਤਾ? ਨਹੀਂ, ਉਹ ਨਹੀਂ, ਕਿਸੇ ਨੇ ਪਰਸਨਲੀ ਕੀਤਾ ਕਿ ਦੂਰੋਂ? ਫਿਰ ਪਤਾ ਨਹੀਂ ਨਾ ਤੁਹਾਨੂੰ। ਪਹਿਲਾਂ ਤਾਂ ਉਹਦਾ ਵੀ ਟੈਸਟ ਕਰਨਾ ਪੈਂਦਾ, ਉਹ ਜਿਹੜਾ ਫੂਕ ਮਾਰ ਕੇ ਜਿਹੜਾ ਹੁੰਦਾ, ਉਹ ਕੀ ਟੈਸਟ ਕਹਿੰਦੇ ਉਹਨੂੰ, ਕਿ ਜੀ ਜਿਹੜਾ ਸੋਫੀ ਆ ਕਿ ਨਹੀਂ ਆ, ਪਹਿਲਾਂ ਉਹ ਟੈਸਟ ਕਰੋ, ਫਿਰ ਮੈਂ ਉਹਦੀ ਗੱਲ ਦਾ ਜਵਾਬ ਦਊਂ। ਐ ਤਾਂ ਮੈਂ ਕੇਜਰੀਵਾਲ ਸਾਹਿਬ ਖਿਲਾਫ ਵੀ ਕੁਛ ਨਹੀਂ ਬੋਲਦਾ ਤੇ ਫਿਰ ਮੇਰੀ ਉਹਦੇ ਨਾਲ ਕੀ ਸਾਂਠ ਗਾਠ ਇਹਨੂੰ ਪਤਾ। ਇਸ ਲਈ ਉਹ ਨਾ ਮੇਰਾ ਫਿਕਰ ਕਰੋ, ਬਾਲਾ ਉਹਦਾ ਦਿਲ ਨੂੰ ਵੀ ਨਾ ਲਾਇਆ ਕਰੋ। ਉਹਨੇ ਇਹੀ ਦੱਸਣਾ ਸੀ ਕਿ ਮੈਂ ਮੁੜਿਆ ਆਇਆ, ਮੇਰੀ ਲੱਥ ਗਈ ਆ, ਹੁਣ ਮੈਨੂੰ ਸਵਾਲ ਕਰ ਲਓ, ਤੁਹਾਨੂੰ ਦੱਸਣਾ ਸੀ, ਹੋਰ ਕੋਈ ਕਾਰਨ ਨਹੀਂ। ਇਸ ਲਈ ਡੋਂਟ ਟੇਕ ਹਿਮ ਟੂ ਸੀਰੀਅਸਲੀ, ਹਿਜ਼ ਓਨ ਫੈਮਿਲੀ ਡਜ਼ਨਟ। ਹੋਰ ਦੱਸੋ ਜੀ, ਤੁਹਾਡੀ ਹੋ ਗਈ ਲੱਗਦਾ ਤਸੱਲੀ ਜਾਂ ਮੋੜ 'ਚ ਨਹੀਂ? ਚਲੋ, ਥੈਂਕ ਯੂ ਜੀ।